ਸਲੋਕ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੀ ਰਚਨਾਹਾਰ, ਜਿਨ੍ਹਾਂ ਦਾ ਅੱਜ ਪਵਿੱਤਰ ਸ਼ਹੀਦੀ ਦਿਹਾੜਾ ਹੈ। ਰਾਮਗਲ ਕੀ ਵਾਰ ਮਹੱਲਾ ਪੰਜਵਾ। ਸਰਲੇਖ ਹੇਠ ਸਤਿਗੁਰੂ ਅਰਜਨ ਦੇਵ ਜੀ ਰਾਮਗਲੀ ਦੀ ਦੂਸਰੀ ਵਾਰ ਵਿੱਚ ਇਹ ਪਾਵਨ 22ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਮੁਹੱਬਤ ਜਿਸ ਖੁਦਾਏ ਦੀ, ਜਿਸ ਨੂੰ ਖੁਦਾ ਪਰਮੇਸ਼ਰ ਦੀ ਮੁਹੱਬਤ ਪ੍ਰੀਤੀ ਹੈ। ਰਤਾ ਰੰਗ ਚਲੂਲ, ਉਹ ਪ੍ਰੇਮ ਰੂਪ ਗਾੜੇ ਰੰਗ ਵਿੱਚ ਮਨ ਤਨ ਸਰੀਰ ਕਰਕੇ ਰੰਗਿਆ ਗਿਆ ਹੈ। ਨਾਨਕ ਵਿਰਲੇ ਪਾਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਦੀ ਪ੍ਰੀਤੀ ਵਾਲੇ ਪੁਰਖ ਕਰੋੜਾਂ ਦੇ ਵਿੱਚ ਵਿਰਲੇ ਟਾਵੇਂ ਹੀ ਪਾਈ ਦੇ ਲੱਭੀ ਦੇ ਹਨ। ਇਸ ਜਨ ਕੀ ਮਨਾ ਮੂਲ, ਅਤੇ ਉਹਨਾਂ ਮੁਹੱਬਤ ਵਾਲੇ ਪੁਰਖਾਂ ਦੀ ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰਤੇ ਇਸ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਿਨਾ ਨਾਮ ਤੇ ਪੋਏ ਭਾਰਤੀ ਹੈ। ਐਸੇ ਜਿਹੜੇ ਪੁਰਖ ਹਨ ਉਹਨਾਂ ਦੀ ਮੂਲਕਾ ਕਦਾਚਿਤ ਵੀ ਕੋਈ ਕੀਮਤ ਨਹੀਂ ਪਾ ਸਕਦਾ ਹੈ। ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਅਗਲਾ ਸ਼ਲੋਕ ਉਚਾਰ ਰਹੇ ਨੇ। ਅੰਦਰ ਵਿਦਾ ਸਚ ਨਾਇ, ਜਿਨ੍ਹਾਂ ਦਾ ਮਨ ਅੰਦਰੋਂ ਸੱਚੇ ਨਾਮ ਦੇ ਵਿੱਚ ਬੰਨਿਆ ਗਿਆ, ਮਿਲਿਆ ਹੋਇਆ ਹੈ। ਬਾਹਰ ਵੀ ਸੱਚ ਡਿਠੋ ਮਾ, ਉਹ ਬਾਹਰੋਂ ਵੀ ਸੱਚੇ ਪਰਮੇਸ਼ਰ ਨੂੰ ਹੀ ਵੇਖਣਾ ਕਰਦੇ ਹਨ। ਨਾਨਕ ਰਵਿਆ ਹਬ ਥਾਈ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਹੜਾ ਵਾਹਿਗੁਰੂ ਹੈ ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ, ਮਿਲਿਆ ਹੋਇਆ ਹੈ। ਵਣ ਤ੍ਰਿਣ ਤ੍ਰਿਭਵਨ ਰੋਮ, ਵਣ ਜੰਗਲ, ਤ੍ਰਿਣ ਕਖਾ ਤੇ ਤ੍ਰਿਭਵਨ, ਤਿੰਨਾਂ ਭਵਨਾਂ ਵਿੱਚ ਰਹਿਣ ਵਾਲੇ ਜੀਵਾਂ ਦੇ ਰੋਮ ਰੋਮ ਦੇ ਵਿੱਚ, ਜਾਂ ਤਿੰਨੇ ਭਵਨਾਂ ਦੇ ਰੋਮ ਰੋਮ ਦੇ ਵਿੱਚ ਅਤੇ ਸਾਰੇ ਥਾਵਾਂ ਵਿੱਚ ਪਰਮੇਸ਼ਰ ਮਿਲਿਆ ਹੋਇਆ, ਵਿਆਪਕ ਰੰਗਿਆ ਹੋਇਆ ਹੈ। ਇਸੇ ਪ੍ਰਕਾਰ ਵਣ ਤ੍ਰਿਣ ਤ੍ਰਿਭਵਨ ਰੋਮ, ਵਣ ਦੀ ਤਰ੍ਹਾਂ ਅੰਤःਕਰਨ, ਤ੍ਰਿਣ ਕੱਖਾਂ ਦੀ ਤਰ੍ਹਾਂ ਇੰਦਰੀਏ, ਤ੍ਰਿਭਵਨ ਤਿੰਨੇ ਜਾਗਰਤ ਸੁਪਨ ਸੁਖੋਪਤ ਵਿੱਚ, ਅਤੇ ਰੋਮ ਰੋਮ ਦੇ ਵਿੱਚ ਨਾਨਕ ਰਵਿਆ ਬਤਾਏ। ਸਾਰੇ ਥਾਵਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਜਾਂ ਮਹਾਰਾਜ ਕਥਨ ਕਰਦੇ ਕਿ ਵਿਆਪਕ ਪਰਮੇਸ਼ਰ ਦੇ ਨਾਮ ਨੂੰ ਉਚਾਰਨਾ ਕੀਤਾ ਹੈ। ਜਦ ਉਚਾਰਿਆ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਕਣ ਕਣ ਵਿੱਚੋਂ ਲੱਭ ਗਏ, ਉਹਨਾਂ ਦੇ ਦਰਸ਼ਨ ਹੋ ਗਏ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਉਚਾਰ ਰਹੇ ਹਨ। ਆਪੇ ਕੀਤੋ ਰਚਨਾ, ਹੇ ਪਰਮੇਸ਼ਰ ਤੂੰ ਆਪ ਹੀ ਪੰਜਾਂ ਤੱਤਾਂ ਦੁਆਰਾ ਸੰਸਾਰ ਨੂੰ ਰਚਨਾ ਕੀਤਾ ਹੈ। ਆਪੇ ਹੀ ਰਤਿਆ, ਅਤੇ ਆਪ ਹੀ ਸਾਰੀ ਰਚਨਾ ਦੇ ਵਿੱਚ ਰੰਗਿਆ ਹੋਇਆ ਹੈ। ਇਸੇ ਪ੍ਰਕਾਰ ਆਪੇ ਕੀਤੋ ਰਚਨਾ, ਆਪ ਹੀ ਭਗਤੀ ਨੂੰ ਰਚਾਉਣਾ ਕੀਤਾ ਹੈ। ਆਪੇ ਹੀ ਰਤਿਆ, ਅਤੇ ਆਪ ਹੀ ਜਗਿਆਸੂਆਂ ਦੇ ਹਿਰਦੇ ਵਿੱਚ
ਪ੍ਰੇਮਾ ਭਗਤੀ ਰੂਪ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਆਪੇ ਹੋਇਓ ਏਕ हे परमेश्वर, आप ही तू निर्गुण स्वरूप होने करके इको अद्वैत स्वरूप हो रहा है। आपे बहु पतिया आप ही सरगुण स्वरूप होने करके बहुत तरह दा राजसी सामती राजसी तामसी शांत की स्वरूप धारिया होया है। इसी प्रकार आपे होयो एक तू आप ही एक रूप हो रहा है। आपे बहु पतिया तू आप ही बहुतियां नू प्रकाश रहा है। आपे सबना मंज हे परमेश्वर, तू आप ही आत्मा रूप हो के सारियां दे विच है। आपे बाहरा ਅਤੇ ਆਪ ਹੀ ਪਾਪਾ ਪੁੰਨ ਤੋਂ ਨਿਆਰਾ ਹੋਣ ਕਰਕੇ ਵੱਖਰਾ ਸੁਤੰਤਰ ਹੈ। आपे जान है दूर हे परमेश्वर, ਤੂੰ ਆਪ ਹੀ ਆਪਣੇ ਸਰੂਪ ਨੂੰ ਦੂਰ ਜਾਣਨ ਵਾਲਾ ਹੈ। आपे ही जाहरा ਅਤੇ ਤੂੰ ਆਪ ਹੀ ਸਾਖੀ ਰੂਪ ਹੋ ਕੇ ਪ੍ਰਤੱਖ ਰੂਪ ਹੈ। इसी प्रकार आपे सबना मंज आपे जान है दूर तू आप ही अज्ञानियों के अंदर अपना स्वरूप दूर जानता है। आपे ही जाहरा तू आप ही तत्वेतियों के अंदर प्रगट सखियात रूप है। आपे हो वह गोपता हे परमेश्वर, तू आप ही निर्गुण स्वरूप होके गुप्त हो रहा है। आपे पार घटिया आप ही सरगुण स्वरूप होके प्रगट रूप हो रहा है। इसी प्रकार आपे हो वह गोपता तू आप ही अवरण वाले हृदय विच गुप्त हो रहा है। आपे पार घटिया आप ही तत्वेती के अंदर प्रगट हो रहा है। मत किसै ना पाई हे परमेश्वर, तेरी संसार रचना की कीमत जिहड़ी है किसी पासों भी पाई नहीं जा सकती। तेरी थटिया जो तेरी रचना की बनावट है ਉਹਦੇ ਪਾਸੋਂ ਉਹਦਾ ਕਿਸੇ ਪਾਸੋਂ ਵੀ ਮੁੱਲ ਨਹੀਂ ਪਾਇਆ ਜਾ ਸਕਦਾ। गहर गंभीर था हे परमेश्वर, तू गहर निरहल रूप है ਅਤੇ गंभीर तू डूंगा है ते अथाहो बेथा है। भाव तेरी बुद्धि करके था नहीं पाई जा सकती। अपार अगणत तू प्रकृति दे पारावार तो रहत है या बेअंत है ਅਤੇ तू अंगा या शास्त्रां करके गिनती तो रहत स्वरूप है। नानक वरता एक सतगुरु महाराज साहब जी कथन करते ने कि हे परमेश्वर, इको तू ही सारिया थावां शरीरां विच वरतदा पिया है। ਅਤੇ को एक तू ਇੱਕੋ ਤੂੰ ਹੀ ਸਤਿਯੁਗ ਵਿੱਚ ਵਰਤਦਾ ਸੀ। ਇੱਕੋ ਤੂੰ ਹੀ ਤ੍ਰੇਤੇ ਵਿੱਚ ਵਰਤਦਾ ਸੀ। ਇੱਕੋ ਤੂੰ ਹੀ ਦੁਆਪਰ ਵਿੱਚ ਵਰਤਦਾ ਸੀ। ਇੱਕੋ ਤੂੰ ਹੀ ਹੁਣ ਕਲਯੁਗ ਵਿੱਚ ਵਰਤ ਰਿਹਾ ਹੈ। ਜਾਂ ਚਾਰੇ ਖਾਣੀਆਂ ਅੰਡਜ ਜੀਰਜ ਸੀਤਜ ਉਤਪੁਜ ਇਹਨਾਂ ਵਿੱਚ ਵੀ ਤੂੰ ਵਰਤ ਰਿਹਾ ਹੈ। ਜਾਂ ਭੂਤ ਭਵਿੱਖ ਅਤੇ ਵਰਤਮਾਨ ਕਾਲ ਇਹਨਾਂ ਵਿੱਚ ਇੱਕੋ ਇੱਕ ਤੂੰ ਹੀ ਵਰਤ ਰਿਹਾ ਹੈ। ਜਾਂ ਇੱਕੋ ਤੂੰ ਹੀ ਈਸ਼ਰ ਰੂਪ ਹੋ ਕੇ ਵਰਤ ਰਿਹਾ ਹੈ ਅਤੇ ਇੱਕੋ ਤੂੰ ਹੀ
ਜੀਵ ਰੂਪ ਹੋ ਕੇ ਵਰਤ ਰਿਹਾ ਹੈ ਅਤੇ ਇੱਕੋ ਤੂੰ ਹੀ ਸਾਖੀ ਚੇਤਨ ਰੂਪ ਹੋ ਕੇ ਵਰਤ ਰਿਹਾ ਹੈ। ਸੁਧ ਇਹ ਜਿਹੜੀ ਵਾਰ ਹੈ ਸ਼ੁੱਧ ਕੀਤੀ ਹੋਈ ਹੈ। ਲਗਾ ਮਾਤਰਾ ਕੰਨਾ ਸਿਆਰੀ ਅੱਖਰ ਜੋ ਵੀ ਹੈ ਸਭ ਕੁਝ ਸ਼ੁੱਧ ਕੀਤਾ ਹੋਇਆ ਹੈ। ਇਸ ਦੀ ਅਦਲਾ ਬਦਲੀ ਲਈ ਕੋਈ ਵੀ ਕਲਮ ਨਾ ਚੁੱਕੇ, ਸਗੋਂ ਇਸ ਬਾਣੀ ਨੂੰ ਪੜ੍ਹ ਕੇ ਹਿਰਦੇ ਨੂੰ ਸ਼ੁੱਧ ਕਰੋ। ਇਸ ਬਾਣੀ ਨਾਲ ਤੁਹਾਡਾ ਅੰਤःਕਰਨ ਸ਼ੁੱਧ ਹੋ ਜਾਏਗਾ, ਫਿਰ ਸ਼ੁੱਧ ਸਰੂਪ ਦੀ ਤੁਹਾਨੂੰ ਪ੍ਰਾਪਤੀ ਵੀ ਹੋ ਜਾਏਗੀ। ਪਹਿਲੇ ਦਿਨ ਜਦ ਮੈਂ ਦਮਦਮੇ ਟਕਸਾਲ ਦੇ ਵਿੱਚ ਜਾ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ, ਮਨ 'ਚ ਸ਼ੌਂਕ ਸੀਗਾ। ਜਦ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਰੇ ਸਿੰਘ ਰਾਤ ਦਾ ਲੰਗਰ ਛਕਦੇ ਨੇ ਇਕੱਠੇ ਬੈਠ ਕੇ। ਇਹ ਕਿਸੇ ਖੜਾ ਹੋ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਹੈ, ਫਿਰ ਅਰਦਾਸ ਕੀਤੀ ਜਾਂਦੀ ਹੈ। ਤੇ ਅਰਦਾਸ ਦੇ ਵਿੱਚ ਪੇਂਡੂ ਪਾਠੀਆਂ ਦੀ ਤਰ੍ਹਾਂ ਮੈਂ ਬੋਲਦਾ ਕਿ ਮਹਾਰਾਜ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਹੈ, ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰਨੀ। ਮਹਾਂਪੁਰਖ ਮੇਰੇ ਮੋਢੇ ਤੇ ਖੜੇ ਸੀ ਤੇ ਮੋਢਾ ਹਿਲਾ ਕੇ ਕਹਿਣ ਲੱਗੇ, ਕਹਿੰਦੇ ਸੋਧ ਕੇ ਇਹ ਅੱਖਰ ਕਿਉਂ ਬੋਲ ਰਿਹਾ ਹੈ? ਬਾਣੀ ਤਾਂ ਸ਼ੁੱਧ ਕੀਤੀ ਹੋਈ ਹੈ, ਬਾਣੀ ਨੂੰ ਮਹਾਰਾਜ ਨੇ ਕਿਉਂ ਸੋਧਣਾ ਹੈ? ਤੂੰ ਕਹਿ ਵੀ ਮੇਰੇ ਹਿਰਦੇ ਨੂੰ ਸੋਧ ਦੇ। ਬਾਣੀ ਦਾ ਫਲਾਦੇਸ਼ ਹਿਰਦੇ ਵਿੱਚ ਵਸੇ, ਸਾਡਾ ਹਿਰਦਾ ਸੋਧਿਆ ਜਾਵੇ। ਬਾਣੀ ਤਾਂ ਸ਼ੁੱਧ ਕੀਤੀ ਹੋਈ ਹੈ, ਬਾਣੀ ਥੋੜੀ ਸੋਧ ਕੇ ਸੱਚਖੰਡ ਵਿੱਚ ਨਾਲੇ ਪ੍ਰਵਾਨ ਬਾਣੀ ਥੋੜੋ ਕਰਨੀ ਹੈ। ਬਾਣੀ ਦਾ ਪਹਿਲਾਂ ਹੀ ਸੱਚਖੰਡ ਵਿੱਚੋਂ ਆਈ ਹੈ ਤੇ ਬਾਣੀ ਦਾ ਪ੍ਰਵਾਨ ਹੈ ਹੀ ਹੈ ਸੱਚਖੰਡ ਵਿੱਚ। ਮਤਲਬ ਅੱਖਰਾਂ ਦਾ ਹੇਰ ਫੇਰ ਹੈ। ਭਾਵਨਾ ਤੇ ਸਾਡੀ ਉਹੀ ਹੁੰਦੀ ਹੈ ਕਿ ਜੋ ਪੜ੍ਹਿਆ ਹੈ ਉਹ ਗਲਤੀ ਮਾਫ ਕਰਨੀ, ਪਰ ਅੱਖਰਾਂ ਨੂੰ ਸਹੀ ਬੋਲਣਾ ਚਾਹੀਦਾ। ਅੱਖਰ ਇਸ ਤਰ੍ਹਾਂ ਬੋਲਣੇ ਚਾਹੀਦੇ ਨੇ। ਇਹ ਸੱਚੇ ਪਾਤਸ਼ਾਹ ਆਪ ਜੀ ਦੀ ਗੁਰਬਾਣੀ ਦਾ ਪਾਠ ਕੀਤਾ ਹੈ। ਜਿਵੇਂ ਸੱਚਖੰਡ ਹਰਿਮੰਦਰ ਸਾਹਿਬ ਤੋਂ ਬੋਲਦੇ ਨੇ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ। ਜੋ ਅਸੀਂ ਪੜ੍ਹਿਆ ਹੈ ਘੱਟ ਵੱਧ ਪੜ੍ਹਿਆ, ਸਾਨੂੰ ਮਾਫੀ ਦੇਣੀ। ਬਾਣੀ ਤਾਂ ਸ਼ੁੱਧ ਹੈ ਤੋ ਜਾਂ ਇਹ ਸੱਚੇ ਪਾਤਸ਼ਾਹ ਆਪ ਜੀ ਦੀ ਗੁਰਬਾਣੀ ਪੜ੍ਹੀ ਹੈ, ਕੁਛ ਵੀ ਨਹੀਂ ਕਹਿਣਾ, ਬਸ ਇੰਨੀ ਗੱਲ, ਕੋਈ ਭੁੱਲ ਚੁੱਕ ਮਾਫ ਕਰਨੀ। ਭੁੱਲ ਹੁੰਦੀ ਹੈ ਜਿਹੜੀ ਜਾਣ ਕੇ ਕੀਤੀ ਜਾਏ ਜਾਂ ਵੱਡੀ ਕੀਤੀ ਜਾਏ ਗਲਤੀ। ਜਿਸ ਤਰ੍ਹਾਂ ਅੱਖਰ ਹੀ ਬਦਲ ਦੇਣਾ, ਲਿਖਿਆ ਕੁਛ ਹੋਰ ਬੋਲ ਕੁਛ ਹੋਰ ਹੀ ਦੇਣਾ। ਚੁੱਕ ਹੁੰਦੀ ਹੈ ਛੋਟੀ ਗਲਤੀ, ਜਾਂ ਅਨਭੋਲ ਦੇ ਵਿੱਚ ਮਾੜਾ ਮੋਟਾ ਔਂਕਰ ਸਿਆਰੀ ਕਰਨਾ, ਅਦਲ ਬਦਲ ਹੋ ਜਾਣਾ। ਇਸ ਤਰ੍ਹਾਂ ਚੁੱਕ ਛੋਟੀ ਤੇ ਭੁੱਲ ਵੱਡੀ। ਇਹ ਸੱਚੇ ਪਾਤਸ਼ਾਹ ਹੋਈ ਭੁੱਲ ਚੋਂ ਖਿਮਾ ਕਰਨੀ, ਅੱਗੇ ਤੋਂ ਸਮੱਤ ਬਖਸ਼ਣੀ। ਬੜੀ ਸੁਣੀ ਬਾਣੀ ਦਾ ਭਾਵ ਸੱਚਖੰਡ 'ਚ ਤਾਂ ਪ੍ਰਵਾਨ ਹੀ ਹੈ, ਸਾਡੇ ਹਿਰਦੇ 'ਚ ਵਸਾਉਣਾ, ਤਾਂ ਕਿ ਅਸੀਂ ਬਾਣੀ ਮੁਤਾਬਕ ਆਪਦਾ ਜੀਵਨ ਢਾਲ ਸਕੀਏ। ਇਉਂ ਇਹ ਨਹੀਂ ਕਹਿਣਾ ਕਿ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰਨੀ। ਬਾਣੀ ਸ਼ੁੱਧ ਹੈ, ਇਹਨੂੰ ਪੜ੍ਹ ਕੇ ਆਪਦਾ ਹਿਰਦਾ ਸ਼ੁੱਧ ਕਰੋ, ਅੰਤःਕਰਨ ਸ਼ੁੱਧ ਹੋ ਜਾਏਗਾ। ਜਿਹੜਾ ਇਹ ਗੁਰਬਾਣੀ ਨੂੰ ਸ਼ੁੱਧ ਪੜੇਗਾ, ਲਗਾ ਮਾਤਰਾ ਸੰਥਿਆ ਕਰਕੇ ਚੰਗੀ ਤਰ੍ਹਾਂ ਸਵਾਰ ਕੇ ਆਪਦੇ ਧਿਆਨ ਦੇ ਨਾਲ ਇਹ ਮਨ ਹਰ ਜੀ ਧਿਆਏ ਤੋਂ। ਅੱਜ ਬੋਰਡ ਉੱਪਰ ਸ੍ਰੀ ਮੁਖ ਵਾਕ ਲਿਖਿਆ ਹੈ, ਇਹ ਮਨ ਹਰ ਜੀ ਧਿਆਏ ਤੋਂ। ਸ਼ਲੋਕ ਮਹੱਲਾ ਤੀਜਾ, ਸੋਰਠ ਦੀ ਵਾਰ ਦਾ ਸ਼ਲੋਕ ਹੈ। ਇਹ ਮਨ ਹਰ ਜੀ ਧਿਆਏ ਤੋਂ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਇੱਕ ਮਨ ਇੱਕ ਚਿਤ ਹੋ ਕੇ ਜੇਕਰ ਧਿਆਵਾਂਗੇ ਤਾਂ ਹਰੀ ਪਰਮੇਸ਼ਰ ਦੀਆਂ ਵਡਿਆਈਆਂ ਜੋ ਸਦਾ ਸਦਾ ਸਭਨਾਂ ਨੂੰ ਬਖਸ਼ਦਾ ਹੈ, ਉਹ ਸਾਨੂੰ ਵੀ ਬਖਸ਼ਿਸ਼ ਕਰੇਗਾ, ਹਿਰਦਾ ਸ਼ੁੱਧ ਕਰ ਦੇਵੇਗਾ। ਇਸ ਲਈ
इंज ये जो दूसरी वार है सतगुरु अर्जन देव महाराज ने 22 पौड़ियां दे नाल संपूर्ण की है। पहला अंक 22 लाया, उस तो बाद एक लाया। जिहड़ा 22 अंक है साध संगत जी वो पौड़ियां का वाचक है कि 22 पौड़ियां संपूर्ण होईयां। एक दा मतलब ये है कि ये जिहड़ी बाणी है एक ही बाणी है, दो बाणियां नहीं। सारी वार एक बाणी है, भावें श्लोक ने, महले ने, पौड़ियां ने, बाणी एक है। फिर 2 अंक का मतलब ये है कि जिहड़ी पहली वार सीगी वो जोधा वीरा पूर बाणी की धुनी वाली, वाह वो सच्चे पातशाह तू सच्ची नाई। पहली वार वो संपूर्ण हुई सी, दूजी वार ये 2 वारां संपूर्ण होईयां ने। हुण रामगली की तीजी वार तुहानूं सरवण कराउण लगे आ। ये जिहड़ी दूसरी वार है ये सुध है गुरमुखो। पहली वार तो बाद भी सुध लिखी है। तो इंज ये सतगुरु महाराज का हुक्म है कि किसी सियाणे सिंह तो संथ्या करके आपदी अखरां नूं शुद्ध करके उचारण नूं, अखर तां बाणी च शुद्ध ही लिखे हुए ने, आपदी प्रनाउंसिएशन शुद्ध करनी है, उचारण। तो जे तुसी सही तरीके नाल पढ़ोगे तो हिरदा शुद्ध हो जाएगा, अंतःकरण शुद्ध हो जाएगा, पवित्र हो